शुरू करते हाँ। प्रभजोत कौर। प्रभजोत कौर का जन्म है जो 1924 ਨੂੰ ਮਾਤਾ ਰਜਿੰਦਰ ਕੌਰ ਪਿਤਾ ਨਿਧਾਨ ਸਿੰਘ ਸੱਚਰ ਦੇ ਘਰ ਪਿੰਡ ਲੰਗੜਵਾਲ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਵਿੱਚ ਹੋਇਆ। ਉਸ ਦਾ ਵਿਆਹ ਕਰਨਲ ਨਰਿੰਦਰਪਾਲ ਸਿੰਘ ਨਾਲ ਹੋਇਆ, ਜਿਹੜਾ ਕਿ ਖੁਦ ਵੀ ਇੱਕ ਬਹੁਤ ਵੱਡਾ ਸਾਹਿਤਕਾਰ ਸੀਗਾ ਭਾਈ। ਉਹਨੇ ਸਾਰੀ ਉਮਰ ਸਾਹਿਤ ਰਚਨਾ ਕੀਤੀ ਅਤੇ ਆਪਣੇ ਪਤੀ ਦੇ ਨਾਲ ਨੌਕਰੀ ਕਾਰਨ, ਕਿਉਂਕਿ ਉਹਦਾ ਪਤੀ ਨੌਕਰੀ ਵਿੱਚ ਸੀ, ਸਾਹਿਤਕਾਰ ਸੀਗਾ ਭਾਈ ਨਰਿੰਦਰਪਾਲ ਸਿੰਘ। ਪਤੀ ਦੀ ਨੌਕਰੀ ਕਾਰਨ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਣ ਦਾ ਮੌਕਾ ਮਿਲਿਆ। ਕੁਝ ਦੇਰ ਉਹਨੇ ਪੰਜਾਬੀ ਦਾ ਰਸਾਲਾ ਹੈ ਜੋ 20 ਕੇਂਦਰਿਤ, ਉਹ ਵੀ ਕੱਢਿਆ ਭਾਈ। ਪ੍ਰਭਜੋਤ ਕੌਰ ਨੇ 20 ਕੇਂਦਰਿਤ ਹੈ ਜੋ 20 ਕੇਂਦਰਿਤ ਰਸਾਲਾ ਹੈ ਉਹ ਵੀ ਕੱਢਿਆ ਹੈ। ਪ੍ਰਭਜੋਤ ਦੁਆਰਾ ਕੱਢਿਆ ਗਿਆ ਰਸਾਲਾ 20 ਕੇਂਦਰਿਤ। ਉਹਨਾਂ ਦੀਆਂ ਜਿਹੜੀਆਂ ਕਾਵ ਪੁਸਤਕਾਂ ਸਨ ਉਹ ਸੀ ਲੱਠ ਲੱਠ ਜੋਤ ਜਗੇ, ਪਲਕਾਂ ਓਲੇ, ਅਜ਼ਲ ਤੋਂ, ਕੁਝ ਹੋਰ ਕਾਫਲੇ, ਸੁਫਣੇ ਸਦਰਾ, ਦੋ ਰੰਗ, ਪੰਖੇਰੂ, ਬਣ ਕਪਾਸੀ, ਪੱਬੀ। ਪੱਬੀ ਲਈ ਪ੍ਰਭਜੋਤ ਕੌਰ ਦੇ ਨਾਂ ਨੂੰ ਅਗਰ ਛੋਟਾ ਕਰ ਦਈਏ ਤਾਂ ਪੱਬੀ ਬਣੇਗਾ। ਯਾਦ ਰੱਖਣ ਲਈ ਦੱਸ ਰਹੇ ਹਾਂ ਬਈ, ਕਿਉਂਕਿ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਇਸ ਪੁਸਤਕ ਨੂੰ। ਪ੍ਰਭਜੋਤ ਕੌਰ ਦਾ ਜਿਹੜਾ ਨਾਂ ਹੈ ਇਹ ਪ੍ਰਭਜੋਤ ਕੌਰ, ਇਸ ਨੂੰ ਇਸ ਨਾਲ ਕਨੈਕਟ ਕਰ ਲੈਣਾ ਬਈ। ਪੱਬੀ ਇਸ ਪੁਸਤਕ ਲਈ ਇਸ ਨੂੰ ਮਿਲਿਆ ਸੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਖਾੜੀ, ਪਾਰਦਰਸੀ, ਸ਼ੀਸ਼ਾ, ਸ਼ਾਹਰਾਹ, ਬਣ ਕਪਾਸੀ, ਪੱਬੀ, ਖਾੜੀ, ਕੁੰਠਤ, ਇਹ ਆਉਂਦੀਆਂ ਕਾਵ ਰਚਨਾਵਾਂ ਸਨ। ਲੱਟ ਲੱਟ ਜੋਤ ਜਗੇ, ਪਲਕਾਂ ਓਲੇ, ਅਜ਼ਲ ਤੋਂ, ਕੁਝ ਹੋਰ ਕਾਫਲੇ, ਸੁਪਨੇ ਸਦਰਾਂ, ਦੋ ਰੰਗ, ਪੰਖੇਰੂ, ਸ਼ਾਹਰਾਹ, ਬਣ ਕਪਾਸੀ, ਪੱਬੀ, ਖਾੜੀ, ਪਾਰਦਰਸੀ, ਨੀਲਕੰਠ, ਇਸ਼ਕ ਸਰਾਂ ਦਾ ਨਾਤਾ, ਕੁੰਠਤ, ਸ਼ਿੱਦਤ, ਚਰਮ ਸੀਮਾ, ਬੋਲਣ ਦੀ ਨਹੀਂ ਜਾਵੇ ਅੜਿਆ, ਬੋਲਣ ਦੀ ਨਹੀਂ ਜਾਵੇ ਅੜਿਆ। ਇਸ ਤੋਂ ਇਲਾਵਾ ਉਹਨਾਂ ਨੇ ਵੱਖ-ਵੱਖ ਸਮੇਂ 94 ਸੰਗ੍ਰਹਿ ਵੀ ਛਪੇ ਅਤੇ 2002 ਦੇ ਵਿੱਚ ਮਾਨਸ ਮਨ ਦਾ ਗਗਨ ਮੋਕਲਾ, ਮਾਨਸ ਮਨ ਦਾ ਗਗਨ ਮੋਕਲਾ ਨਾਂ ਹੇਠ ਉਹਦੀਆਂ ਸਾਰੀਆਂ ਰਚਨਾਵਾਂ 4 ਜਿਲਦਾਂ ਦੇ ਅੰਦਰ ਦੁਬਾਰਾ ਛਪੀਆਂ ਪਈ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਪ੍ਰਭਜੋਤ ਕੌਰ ਬਾਰੇ ਕੁਝ ਹੋਰ ਗੱਲਾਂ ਬਈ। ਉਹ ਕਵਿਤਾ ਤੋਂ ਇਲਾਵਾ ਕਹਾਣੀਆਂ ਵੀ ਲਿਖਦੀ ਸੀ, ਵਾਰਤਕ ਵੀ, ਬਾਲ ਸਾਹਿਤ ਵੀ ਤੇ ਸੰਪਾਦਨ ਦਾ ਕੰਮ ਵੀ ਕਰਦੀ ਸੀ। ਉਸ ਦੀ ਪੱਬੀ ਜਿਹੜੀ ਕਹਾਣੀ ਹੈ, ਪੱਬੀ ਜਿਹੜੀ ਕਾਵ ਪੁਸਤਕ ਹੈ ਪੱਬੀ, ਉਸ ਲਈ ਉਸ ਨੂੰ ਮਿਲਿਆ ਸੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਪ੍ਰਭਜੋਤ ਕੌਰ ਦੀ ਜਿਹੜੀ ਕਵਿਤਾ ਹੈ ਭਾਈ, ਉਹ ਲਗਭਗ ਅੰਮ੍ਰਿਤਾ ਪ੍ਰੀਤਮ ਦੇ ਸਮਾਂਤਰ ਚੱਲਦੀ ਹੈ। ਅੰਮ੍ਰਿਤਾ ਪ੍ਰੀਤਮ ਦੀ ਉਹ ਸਮਕਾਲੀ ਹੈ, ਉਸ ਦੇ ਸਮਾਂਤਰ ਚੱਲਦੀ ਹੈ। ਪਰੰਤੂ ਜਿੰਨਾ ਫੇਮ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ ਹੈ ਉਹਨਾਂ ਪ੍ਰਭਜੋਤ ਕੌਰ ਨੂੰ ਨਹੀਂ ਮਿਲਿਆ। ਇਸ ਦਾ ਆਹੀ ਕਾਰਨ ਹੈ, ਦੇਖੋ ਕਿ ਅੰਮ੍ਰਿਤਾ ਪ੍ਰੀਤਮ ਦਾ ਨਾਂ ਤੋਂ ਤਾਂ ਤੁਸੀਂ ਜਾਣੂ ਹੋ, ਪਰ ਪ੍ਰਭਜੋਤ ਕੌਰ ਦੇ ਨਾਂ ਤੋਂ ਟਾਵੇਂ ਵਿਦਿਆਰਥੀ ਹੀ ਜਾਣੂ ਹੋਣਗੇ। ਪ੍ਰਭਜੋਤ ਕੌਰ ਦੀ ਕਵਿਤਾ ਦੇ ਬਾਰੇ ਸੰਤ ਸਿੰਘ ਸੇਖੋਂ ਕਹਿੰਦਾ ਹੈ, ਸੰਤ ਸਿੰਘ ਸੇਖੋਂ ਅਨੁਸਾਰ ਇਤਿਹਾਸਕ ਪ੍ਰਪੇਖ ਦੇ ਵਿੱਚ ਪ੍ਰਭਜੋਤ ਕੌਰ ਦੂਜੀ ਪੀੜ੍ਹੀ ਦੀ ਪ੍ਰਗਤੀਵਾਦੀ ਕਵਿਤਰੀ ਹੈ ਭਈ। ਕਿਹੜੀ ਕਵਿਤਰੀ ਬਣਦੀ ਹੈ? ਪ੍ਰਗਤੀਵਾਦੀ। ਪ੍ਰਭਜੋਤ ਕੌਰ ਹੈ ਪ੍ਰਗਤੀਵਾਦੀ ਕਵਿਤਰੀ ਹੈ। ਪੱਬੀ ਲਈ ਉਹਨੂੰ ਮਿਲਿਆ ਹੈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ। ਇਸ ਕਰਕੇ ਉਸ ਦੀ ਕਵਿਤਾ ਵਿੱਚ ਬਾਗੀਆਨਾ ਤੱਤ ਘੱਟ ਹਨ, ਪਰ ਉਹ ਭਾਵਨਾਵਾਂ ਦੀ ਪੱਧਰ ਤੇ ਵਧੇਰੇ ਸੂਖਮ ਹੈ।
ਅਤੇ ਇਸ ਲਈ ਉਹ ਕਿਸੇ ਪਰਾਭੌਤਿਕ ਸੰਸਾਰ ਵੱਲ ਨਹੀਂ ਝੁਕਦੀ, ਕਿਉਂਕਿ ਜਿਹੜੇ ਪ੍ਰਗਤੀਵਾਦੀ ਹੋਣਗੇ ਉਹ ਪਰਾਭੌਤਿਕ ਸੰਸਾਰ ਵੱਲ ਝੁਕਣ ਦੀ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਹੋਵੇਗੀ। ਕੋਈ ਟਾਵਾਂ ਕੋਈ ਮਿਲ ਜਾਵੇ ਇੱਕ ਵੱਖਰੀ ਗੱਲ ਹੈ, ਪਰੰਤु ਪ੍ਰਗਤੀਵਾਦ ਹੈ ਉਹ ਇੱਕ ਵੱਖਰੀ ਚੀਜ਼ ਹੈ। ਭੌਤਿਕਵਾਦ ਹੈ ਜਿਹੜਾ ਅਧਿਆਤਮਵਾਦ ਹੈ ਉਹ ਇੱਕ ਵੱਖਰੀ ਗੱਲ ਹੈ। ਪਰਾਭੌਤਿਕ ਸੰਸਾਰ ਵੱਲ ਉਹ ਝੁਕਦੀ ਨਹੀਂ, ਸਗੋਂ ਇਸ ਸੰਸਾਰ ਦੇ ਵਿੱਚ ਰਹਿ ਕੇ ਮਾਨਵੀ ਮਨ ਦੇ ਦੁੱਖ ਸੁੱਖ ਤੇ ਭਾਵਾਂ ਨੂੰ ਪ੍ਰਗਟ ਕਰਦੀ ਹੈ। ਮੁੱਢਲੇ ਦੌਰ ਵਿੱਚ ਪਿਆਰ ਅਨੁਭਵ ਨੂੰ ਪੇਸ਼ ਕੀਤਾ ਹੈ ਉਸਨੇ। ਹੁਣ ਆਪਾਂ ਗੱਲ ਕਰੀਏ ਅਗਲੇ ਕਵੀ ਦੀ ਬਈ, ਅਜਾਇਬ ਚਿੱਤਰਕਾਰ 1924 ਦੇ ਅੰਦਰ ਮਾਤਾ ਆਨੰਦ ਕੌਰ, ਸਰਦਾਰ ਬਚਨ ਸਿੰਘ ਪਿਓ ਦਾ ਨਾਮ, ਪਿੰਡ ਕਵੱਦੀ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਇਹ ਤਾਂ ਮੈਂ ਨਾਮ ਮਾਪਿਓ ਦੇ ਨਾਮ ਜਗ੍ਹਾ ਇਸ ਕਾਰਨ ਦੱਸ ਰਿਹਾ ਕਿ ਕੋਈ ਕਹਾਣੀ ਦੀ ਜਿਵੇਂ ਤੁਸੀਂ ਸੁਣੋ ਤਾਂ ਤੁਹਾਨੂੰ ਕੁਝ ਅਚਨਚੇਤ ਚੇਤੇ ਆ ਜਾਵੇ। ਨੋਟਸ ਦੇ ਅੰਦਰ ਆਪਾਂ ਜਿਹੜੀ ਕਾਵਿ ਪੁਸਤਕਾਂ ਉਹਦੀ ਧਾਰਾ ਬਾਰੇ ਹੀ ਲਿਖਿਆ ਹੈ। ਉਹਦਾ ਜਿਹੜਾ ਕਾਵਿ ਸਫ਼ਰ ਹੈ ਉਹ 2 ਮੇਲ ਤੋਂ ਸ਼ੁਰੂ ਹੁੰਦਾ ਹੈ ਬਈ, ਔਰ ਉਸ ਤੋਂ ਬਾਅਦ ਭੁਲੇਖਾ, ਉਸ ਤੋਂ ਬਾਅਦ ਸਜਰੀ ਪੈੜ, ਸੂਰਜਮੁਖੀਆ, 4 ਯੁੱਗ, ਆਬਸਾਰ, ਪੰਜਾਬ ਦੀ ਕਹਾਣੀ, ਸੱਚ ਦਾ ਸੂਰਜ, ਆਵਾਜ਼ਾਂ ਦੇ ਰੰਗ, ਜ਼ਖਮੀ ਖਿਆਲ ਦਾ ਚਿਹਰਾ, ਨਗਮੇ ਦਾ ਲਿਬਾਸ, ਕਿਰਨ, ਸੁਪਨਿਆਂ ਦਾ ਟਾਪੂ। ਇਹ ਹੈ ਅਜਾਇਬ ਚਿੱਤਰਕਾਰ ਦੀਆਂ ਕਾਵਿ ਪੁਸਤਕਾਂ। 2 ਮੇਲ, ਭੁਲੇਖਾ, ਸਜਰੀ ਪੈੜ, ਸੂਰਜਮੁਖੀਆ, 4 ਯੁੱਗ, ਪੰਜਾਬ ਦੀ ਕਹਾਣੀ, ਸੱਚ ਦਾ ਸੂਰਜ, ਆਵਾਜ਼ਾਂ ਦੇ ਰੰਗ, ਜ਼ਖਮੀ ਖਿਆਲ ਦਾ ਚਿਹਰਾ, ਨਗਮੇ ਦਾ ਲਿਬਾਸ, ਚੰਨਾ ਤੇ ਕਲਾਵੰਤ, ਕਿਰਨ, ਸੁਪਨਿਆਂ ਦਾ ਟਾਪੂ ਉਹਨੇ ਪੁਸਤਕਾਂ ਲਿਖੀਆਂ। ਉਹਨਾਂ ਨੇ ਪੰਜਾਬੀ ਕਵਿਤਾ ਨੂੰ ਗਿਣਾਤਮਕ ਪੱਖ ਤੋਂ ਕਾਫੀ ਉੱਚਾ ਚੱਕਿਆ, ਅਮੀਰ ਬਣਾਇਆ। ਉਹਨਾਂ ਦੀਆਂ ਮੁੱਢਲੀਆਂ ਕਵਿਤਾਵਾਂ ਵਿੱਚ ਪ੍ਰਗਤੀਵਾਦ ਭਾਰੂ ਸੀਗਾ। ਮੁੱਢਲੀਆਂ ਰਚਨਾਵਾਂ ਦੇ ਅੰਦਰ ਪ੍ਰਗਤੀਵਾਦ ਹੈ ਉਹ ਭਾਰੂ ਸੀ, ਪਰ ਉਸ ਤੋਂ ਪਿੱਛੇ ਉਹਨਾਂ ਨੇ ਆਧੁਨਿਕ ਮਾਨਵ ਦੇ ਜਿਹੜੇ ਆਮ ਅਨੁਭਵ ਹੈ ਉਹਨਾਂ ਨੂੰ ਪੇਸ਼ ਕੀਤਾ ਹੈ। ਪਿਛਲੇ ਦੌਰ ਵਿੱਚ ਉਹਨਾਂ ਦਾ ਧਿਆਨ ਜ਼ਿਆਦਾ ਗਜ਼ਲ ਵੱਲ ਹੋ ਗਿਆ, ਭਾਵੇਂ ਉਹਨਾਂ ਦੇ ਖੰਡ ਕਾਵ, ਲੰਮੀ ਕਵਿਤਾ ਵੀ ਲਿਖੀ ਹੈ ਬਈ, ਗਜ਼ਲ, ਖੰਡ ਕਾਵ, ਲੰਮੀ ਕਵਿਤਾ ਲਿਖੀ। ਸ਼ੁਰੂਆਤ ਕੀਤੀ ਪ੍ਰਗਤੀਵਾਦ ਤੋਂ, ਔਰ ਬਾਅਦ ਵਿੱਚ ਜਿਹੜੇ ਮਨੁੱਖੀ ਅਨੁਭਵ ਨੇ ਉਹਨਾਂ ਨੂੰ ਉਸਨੇ ਪੇਸ਼ ਕੀਤਾ ਹੈ ਭਾਈ। ਹੁਣ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਈਸਰ ਸਿੰਘ ਭਾਈਆ ਬਈ, ਇਸ ਦੇ ਨਾਮ ਦੇ ਨਾਲ ਹੀ ਭਾਈਆ ਲੱਗਿਆ ਹੋਇਆ ਹੈ। ਇਹ ਹਾਸ ਰਸੀ ਹੈ ਜਿਹੜਾ ਕਵੀ ਹੈ ਈਸਰ ਸਿੰਘ ਭਾਈਆ। ਇਸ ਦਾ ਜਨਮ ਗੁੱਜਰ ਖਾਨ ਜ਼ਿਲ੍ਹਾ ਰਾਵਲਪਿੰਡੀ ਵਿੱਚ ਹੋਇਆ। ਰਾਵਲਪਿੰਡੀ ਉਹ ਧਾਰਮਿਕ ਕਵੀ ਦਰਬਾਰਾਂ ਵਿੱਚ ਆਪਣੀਆਂ ਕਵਿਤਾਵਾਂ ਸੁਣਾਇਆ ਕਰਦਾ ਸੀਗਾ। ਧਾਰਮਿਕ ਕਵੀ ਦਰਬਾਰਾਂ ਦੇ ਅੰਦਰ ਆਪਣੀ ਕਵਿਤਾਵਾਂ ਸੁਣਾਇਆ ਕਰਦਾ ਸੀ, ਪਰ 1930 ਤੋਂ ਬਾਅਦ ਅਚਾਨਕ ਉਹਦਾ ਮੂਡ ਬਦਲਿਆ ਔਰ ਉਹਨੇ ਹਾਸ ਰਸੀ ਕਵਿਤਾਵਾਂ ਹੈ ਜੋ ਲਿਖਣੀਆਂ ਚਾਲੂ ਕਰਤੀਆਂ। ਹਾਸ ਰਸੀ ਕਵਿਤਾਵਾਂ ਵੱਲ ਮੁੜਿਆ ਅਤੇ ਭਾਈਆ ਨਾਂ ਦਾ ਕਾਵਿ ਪਾਤਰ ਹੈ ਉਸ ਨੂੰ ਜਨਮ ਦਿੱਤਾ, ਔਰ ਆਪਣਾ ਤਖੱਲਸ ਹੈ ਜੋ ਉਹ ਵੀ ਭਾਈਆ ਲਗਾ ਲਿਆ ਭਾਈ। ਉਸਨੇ ਲਿਖਿਆ ਧਰਮੀ ਭਾਈਆ, ਰੰਗੀਲਾ ਭਾਈਆ, ਨਵਾਂ ਭਾਈਆ, ਨਿਰਾਲਾ ਭਾਈਆ, ਭਾਈਆ ਤਿਲਕ ਗਿਆ, ਗੁਰਮੁਖ ਭਾਈਆ, ਭਾਈਆ ਵੈਦ ਰੋਗੀਆਂ ਦਾ, ਮਸਤਾਨਾ ਭਾਈਆ, ਪ੍ਰੇਮੀ ਭਾਈਆ, ਹਸਮੁਖ ਭਾਈਆ। ਸਾਰਿਆਂ ਦੇ ਪਿੱਛੇ ਭਾਈਆ ਲੱਗਿਆ ਹੋਇਆ ਹੈ। ਇਸ ਕਾਰਨ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ ਭਾਈਆ ਦੀਆਂ ਕਾਵਿ ਰਚਨਾਵਾਂ ਯਾਦ ਕਰਨ ਲਈ ਜਾਂ ਪਛਾਣਨ ਲਈ। ਸਾਰੇ ਹੀ ਨਾਵਾਂ ਦੇ ਪਿੱਛੇ ਲੱਗਿਆ। ਦੇਖੋ ਜੀ, ਧਰਮੀ ਭਾਈਆ, ਰੰਗੀਲਾ ਭਾਈਆ, ਨਵਾਂ ਭਾਈਆ, ਨਿਰਾਲਾ ਭਾਈਆ, ਭਾਈਆ ਤਿਲਕ ਗਿਆ, ਗੁਰਮੁਖ ਭਾਈਆ, ਭਾਈਆ ਵੈਦ ਰੋਗੀਆਂ ਦਾ,
मस्ताना भाईया, प्रेमी भाईया, हसमुख भाईया तो अलावा इंकलाबी भाईया वो भी लिखती बई वर्गिया होर काव्य पुस्तकां भी लिखियां। ਉਹ ਲਾਹੌਰ ਅਤੇ ਸਿਮਲੇ ਵਿੱਚ ਹੋਣ ਵਾਲੇ ਕਵੀ ਦਰਬਾਰਾਂ ਦੀ ਸ਼ਾਨ ਸੀਗਾ। ਉਸਨੇ ਆਪਣੀਆਂ ਕਵਿਤਾਵਾਂ ਰਾਹੀਂ ਧਰਮ, ਸਮਾਜ, ਰਾਜਨੀਤਿਕ ਤਿੰਨਾਂ ਹੀ ਖੇਤਰ ਵਿੱਚ ਮੌਜੂਦ ਬੁਰਾਈਆਂ ਤੋਂ ਆਪਣੇ ਵਿਅੰਗ ਨਸਤਰਾਂ ਨਾਲ ਉਹ ਪਰਦਾ ਉਘੇੜਦਾ ਹੈ ਭਾਈ। ਉਸ ਦੀ ਕਵਿਤਾ ਵਿੱਚ ਕੇਵਲ ਹਾਸ ਰਸ ਹੀ ਨਹੀਂ ਹੈ, ਸਗੋਂ ਡੂੰਘਾ ਵਿਅੰਗ ਵੀ ਹੈ। ਉਹ ਹਾਸ ਰਸ ਨਾਲ ਉਹ ਵਿਅੰਗ ਉਪਜਦਾ ਹੈ, ਨਾਲੇ ਤਾਂ ਲੋਕਾਂ ਨੂੰ ਹਸੀ ਆਉਂਦੀ ਹੈ, ਨਾਲੇ ਉਸ ਜਿਹੜੇ ਧਰਮ, ਸਮਾਜ ਤੇ ਰਾਜਨੀਤੀ ਦੇ ਉੱਤੇ ਵਿਅੰਗ ਵੀ ਕੱਸਦਾ ਹੈ। ਜਿਹੜਾ ਸੀਐਲ ਨਾਰੰਗ ਹੈ ਉਹ ਲਿਖਦਾ ਹੈ, ਸੀਐਲ ਨਾਰੰਗ ਉਹ ਸਟੇਜ ਤੇ ਆਉਂਦਾ ਤਾਂ ਸਰੋਤੇ ਹੱਸ ਹੱਸ ਕੇ ਦੋਹਰੇ ਹੋ ਜਾਂਦੇ, ਮੰਚ ਉੱਪਰ ਫੁੱਲ ਖਿੜ ਪੈਂਦੇ ਸਨ, ਬਾ ਕਮਾਲ ਲੋਕਾਂ ਨੂੰ ਹਸਾ ਹਸਾ ਕੇ ਮਾਰ ਦਿੰਦਾ ਸੀਗਾ ਈਸਰ ਸਿੰਘ ਭਾਈਆ। ਹੁਣ ਆਪਾਂ ਗੱਲ ਕਰਦੇ ਹਾਂ ਗਿਆਨੀ ਗੁਰਮੁਖ ਸਿੰਘ ਮੁਸਾਫਰ। ਰਾਜਨੀਤੀ ਦੇ ਅੰਦਰ, ਸਿਆਸਤ ਦੇ ਅੰਦਰ ਉਹਦਾ ਕਾਫੀ ਨਾਮ ਸੀ ਭਾਈ। 1899 ਤੋਂ ਲੈ ਕੇ 1976 1999 ਨੂੰ ਪਿੰਡ ਉਦੋਵਾਲ ਜ਼ਿਲ੍ਹਾ ਕੈਬਲਵਾਲ ਵਿੱਚ ਸਰਦਾਰ ਸੁਜਾਨ ਸਿੰਘ ਦੇ ਘਰੇ ਹੋਇਆ। ਬਚਪਨ ਵਿੱਚ ਹੀ ਸ਼ਾਇਰੀ ਲਿਖਣ ਦਾ ਸ਼ੌਂਕ ਪੈ ਗਿਆ। ਜਲੀਆਂ ਵਾਲੇ ਬਾਗ, ਨਨਕਾਣਾ ਸਾਹਿਬ ਦੇ ਸਾਕੇ ਨੇ ਵਿਸ਼ੇਸ਼ ਰੂਪ ਚ ਉਹਨੂੰ ਪ੍ਰਭਾਵਿਤ ਕੀਤਾ। ਜਲੀਆਂ ਵਾਲਾ ਬਾਗ ਵਾਲਾ ਜਿਹੜਾ ਹੱਤਿਆਕਾਂਡ ਹੋਇਆ ਸੀ ਉਹ, ਹੋਰ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਹੋਇਆ ਸੀ ਉਸ ਤੋਂ ਉਹ ਪ੍ਰਭਾਵਿਤ ਹੋਇਆ। ਹੋਰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਿਆ, ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣਿਆ। ਕੈਦ ਵੀ ਹੋਈ, ਤਸ਼ੱਦਦਾਂ ਝਲੀਆਂ। ਉਸ ਦੀਆਂ ਕਾਵ ਪੁਸਤਕਾਂ ਦੇਖੋ ਜੀ, ਤਾਂ ਭਾਈਏ ਭਾਈਏ ਨਾਲ ਆਪਣੇ ਹੋ ਗਈ ਸੈੱਟ। ਹੁਣ ਅੱਗੇ ਗੱਲ ਕਰੀਏ ਸਬਰ ਦੇ ਬਾਣ, ਸਬਰ ਦੇ ਬਾਣ, ਫਿਰ ਉਸ ਤੋਂ ਬਾਅਦ ਪ੍ਰੇਮ ਬਾਣ, ਟੁੱਟੇ ਖੰਭ, ਜੀਵਨ ਪੰਧ, ਮੁਸਾਫਰੀਆਂ। ਇੱਥੇ ਮੁਸਾਫਰ ਹੈ, ਮੁਸਾਫਰ ਉਹਨੇ ਕਾਵ ਪੁਸਤਕਾਂ ਵੀ ਲਿਖਤੀ, ਮੁਸਾਫਰੀਆਂ, ਸਹਿਜ ਸੇਤੀ, ਵੱਖਰਾ ਵੱਖਰਾ, ਕਤਰਾ ਕਤਰਾ, ਦੂਰ ਨੇੜੇ, ਦੂਰ ਨੇੜੇ ਬਈ। ਇਹ ਆਉਂਦੀਆਂ ਕਾਵ ਰਚਨਾਵਾਂ ਸੀ। ਦੋ ਤਾਂ ਬਾਣ ਵਾਲੀਆਂ ਹੋ ਗਈਆਂ ਬਈ, ਬਾਣ ਵਾਲੀਆਂ ਸਬਰ ਦੇ ਬਾਣ ਤੇ ਟੁੱਟੇ ਬਾਣ, ਪ੍ਰੇਮ ਬਾਣ। ਸਬਰ ਦੇ ਬਾਣ ਤੇ ਪ੍ਰੇਮ ਬਾਣ। ਹੁਣ ਬਾਣ ਚਲਾਤਾ ਤੇ ਖੰਭ ਟੁੱਟ ਗਏ, ਟੁੱਟੇ ਖੰਭ। ਜੀਵਨ ਪੰਧ, ਮੁਸਾਫਰੀਆਂ, ਮੁਸਾਫਰਾਂ ਦੇ ਨਾਮ ਦੇ ਪਿੱਛੇ ਹੀ ਹੈ ਤੇ ਮੁਸਾਫਰੀਆਂ ਹੋ ਗਿਆ। ਸਹਿਜ ਸੇਤੀ, ਵੱਖਰਾ ਵੱਖਰਾ, ਕਤਰਾ ਕਤਰਾ, ਦੂਰ ਨੇੜੇ ਪਈਆ। ਖੰਭ ਟੁੱਟ ਗਏ, ਵੱਖਰੇ ਵੱਖਰੇ ਹੋ ਗਏ, ਕਤਰੇ ਕਤਰੇ ਹੋ ਗਏ, ਕੋਈ ਦੂਰ ਗਿਰਿਆ, ਕੋਈ ਨੇੜੇ ਗਿਰਿਆ। ਇਸ ਤਰੀਕੇ ਨਾਲ ਜਦੋਂ ਕਿ ਮੁਸਾਫਰ ਦੀ ਸਾਰੀ ਕਵਿਤਾ ਕਰਤਾਰ ਸਿੰਘ ਦੁੱਗਲ ਨੇ ਮੁਸਾਫਰ ਦੀ ਕਵਿਤਾ ਨਾਂ ਹੇਠ ਸੰਪਾਦਨ ਕੀਤੀ। ਕਿਹਨੇ ਸੰਪਾਦਨ ਕੀਤੀ ਜੀ? ਕਰਤਾਰ ਸਿੰਘ ਦੁੱਗਲ ਨੇ। ਕਰਤਾਰ ਸਿੰਘ ਦੁੱਗਲ, ਕਰਤਾਰ ਸਿੰਘ ਦੁੱਗਲ ਨੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਜਿਹੜੀ ਕਵਿਤਾਵਾਂ ਨੇ, ਮੁਸਾਫਰ ਦੀ ਕਵਿਤਾਵਾਂ, ਮੁਸਾਫਰ ਦੀ ਕਵਿਤਾ ਨਾਂ ਹੇਠ ਪ੍ਰਕਾਸ਼ਿਤ ਕੀਤੀ। ਉਹਨਾਂ ਨੇ ਕਵਿਤਾ ਤੋਂ ਇਲਾਵਾ ਕਹਾਣੀਆਂ ਵੀ ਲਿਖੀਆਂ, ਵਾਰਤਕ ਵੀ ਲਿਖੀ, ਜੀਵਨੀ ਵੀ ਲਿਖੀ, ਸਵੈ ਜੀਵਨੀ ਵੀ ਲਿਖੀ ਅਤੇ ਅਨੁਵਾਦ ਵੀ ਕੀਤੇ। ਮੁਸਾਫਰ ਧਾਰਮਿਕ, ਸਾਹਿਤਕ ਅਤੇ ਰਾਜਨੀਤਿਕ ਖੇਤਰ ਦੀ ਵਹਿਣੀ ਸੀ। ਸਾਹਿਤਕ, ਧਾਰਮਿਕ ਤੇ ਰਾਜਨੀਤੀ, ਰਾਜਨੀਤੀ ਵਿੱਚ ਛਾਇਆ ਹੋਇਆ ਸਿਆਸਤਦਾਨ ਸੀ ਪਈ। ਉਹਨਾਂ ਨੇ ਆਪਣੀ ਕਵਿਤਾ ਅਕਾਲੀ ਲਹਿਰ ਦੀਆਂ ਕਾਨਫਰੰਸਾਂ ਉੱਪਰ ਹੋਣ ਵਾਲੇ ਕਵੀ ਦਰਬਾਰਾਂ ਤੋਂ ਸ਼ੁਰੂ ਕੀਤੀ ਸੀ। ਕਿਉਂਕਿ ਅਕਾਲੀ ਲਹਿਰ ਦੇ, ਜਦੋਂ ਅਕਾਲੀ ਲਹਿਰ ਚੱਲੀ ਸੀ ਬਈ, ਜਿਵੇਂ ਗਦਰ ਲਹਿਰ, ਅਕਾਲੀ ਲਹਿਰ, ਤੇ ਗਦਰ ਲਹਿਰ ਦਾ ਵੀ ਬਹੁਤ ਵੱਡਾ ਇਤਿਹਾਸ ਰਿਹਾ ਹੈ, ਅਕਾਲੀ ਲਹਿਰ ਦਾ ਵੀ ਬਹੁਤ ਵੱਡਾ ਇਤਿਹਾਸ ਰਿਹਾ ਹੈ ਭਾਈ। ਪਰੰਤੂ ਆਪਣੇ ਦੇਸ਼ ਦੇ ਵਿੱਚ ਜਿਹੜੇ ਗਾਂਧੀ ਨੇ ਜਿਨੇ ਵੀ ਅੰਦੋਲਨ ਕੀਤੇ ਸੀ ਉਹਨਾਂ ਨੂੰ ਜ਼ਿਆਦਾ ਪੜ੍ਹਾਇਆ ਜਾਂਦਾ ਹੈ। ਗਦਰ ਲਹਿਰ ਦਾ ਇਤਿਹਾਸ ਰਿਹਾ ਉਹ ਬਿਲਕੁਲ ਛੋਟਾ ਹੈ।
है तो बहुत वड्डा, गदर लहर का बहुत वड्डा इतिहास सी, इंटरनेशनल पद्धर ते वो छाए हुए सीगे। सुभाष चंद्र बोस इंटरनेशनल पद्धर का किरदार, उनकी जी आजाद फौज सी वो इंटरनेशनल पद्धर ते कार्य कर रही सी, गदर लहर कार्य कर रही सी। अकाली लहर सी वो पंजाब ते पंजाब दे विच उनका काफी प्रभाव सी पई, परंतु इतिहास दे विच है जो इन्हां दी जिहड़ी दर्जेबंदी है वो घट है, और गांधी परिवार ते गांधी तो संबंधित जिहड़ा इतिहास है वो वध है। वो राजनीतिक या वखरे कारण हो सकते हैं। मुसाफिर धार्मिक साहित्य राजनीतिक खेत्र की तरवैणी सीगा। उन्होंने अपनी कविता अकाली लहर के कॉन्फ्रेंसा उपर होने वाले कवि दरबारों तो शुरू की ते उन्हां दियां बहुत सारिया कवितावां समस्यावां उपर लिखियां गईयां ने। हुण उस तो बाद अगर आपां गल करिए विधाता सिंह तीर, विधाता सिंह तीर है जिहड़ा 1901 तो लैके 1973 इहदा समा है। माता कहानी देवी, पिता सरदार हीरा सिंह, पिंड कंगरोल, जिला रावलपिंडी पोठेहार के इलाके विच होया। वो ज्ञानी हीरा सिंह दर्द के शागिर्द सी। जिहड़ा विधाता सिंह तीर सी बई, वो ज्ञानी हीरा सिंह दर्द है जो उसका शागिर्द सी बई। लो जी, ज्ञानी हीरा सिंह दर्द उसका चेला विधाता सिंह तीर, विधाता सिंह तीर है जो उसका चेला होया। होर इनके चेले गुरदत सिंह कुंदन, हरसा सिंह चातर, गुरबचन सिंह। गुरदत सिंह बई, हरसा सिंह, गुरदत सिंह, हरसा सिंह, गुरबचन सिंह। कहने का भाव कि वो ज्ञानी हीरा सिंह दर्द का वो चेला सी, और उनके जेड़े चेले सीगे वो सी गुरदत सिंह कुंदन, हरसा सिंह चातर, गुरबचन सिंह माहिया, तेजा सिंह साबर, तेजा सिंह साबर और तारा सिंह कामल। तारा सिंह कामल बई, तारा सिंह कामल। कानू बाल दी बनेरे उत्ते मोमबत्तियां, लंघ जान दे बाजारां चो हवावां तत्तियां। अपने अंदर है बई सिलेबस तारा सिंह दा, जिन्हां दे नाम सिलेबस दे अंदर ने, वो आपां नूं चंगी तरह उन्हां बारे उन्हां दे इंटरव्यू वगैरह सब देखने अपने बनते ने। आउंदियां कवितावां काव्य पुस्तकां तीर तरंग बई, तीर तरंग, अणियाले तीर, अणियाले तीर ये इंदियां काव्य पुस्तकां ने बई। तीर तरंग इत्थे तीर आ गया, अणियाले तीर, अणियाले तीर आ गया। फिर अगे गल करिए आपां ध्रू भगत, बचन बिलास बई। उस तो बाद नल दमयंती। देखो ध्रू भगत, नल दमयंती और दशमेश दर्शन, ये कुछ किरदारां दे नाम आ रहे हैं, वड्डी वड्डी शख्सियतां दे नाम आ रहे हैं। तो जो विधाता सिंह तीर अपने दिमाग च आवे तो अपने कुछ शख्सियतां भी दिमाग के अंदर रहनियां चाहिए ने। एक तो तीर दे पिछे तीर लगे, वो तीर आपां चला देंगे बई अणियाले तीर, तीर तरंग। परंतु उस तो बाद जिहड़ियां उहदियां काव्य पुस्तकां ने जो उनकी गल की जाए तो हो गया ध्रू भगत, नल दमयंती, दशमेश दर्शन, बंदा बहादुर, रूप राणी शकुंतला। ते इथों आपां नूं एक दूजा व्यू मिलता है। पहला तो तीर हो गया, दूजे कुछ शख्सियतां दे नाम, फिर उस तो बाद नवे निशाने, बचन बिलास, गूंगे गीत, काल कूकां, भिन्नी रैनड़िए, सिक्खी दा चानण। काल कूकां काल दी गल आ गई, भिन्नी रैनड़िए रात दी गल आ गई, सिक्खी दा चानण चानण दी गल आ गई। तो इत्थे आपां अगर विधाता सिंह तीर दियां काव्य संग्रह उन्होंने ध्यान च रखना है तो आप ध्यान रखिए तीर। उस तीर तो आपां नूं याद आ जाएगा तीर तरंग, अणियाले तीर। फिर कुछ शख्सियतां ध्रू भगत, नल दमयंती, दशमेश दर्शन, बंदा बहादुर, रूप राणी शकुंतला,
फिर उस तो बाद आपां नूं दिन रात वाली गल याद होनी चाहिए, काल कूकां, काल दी गल, भिन्नी रैणनीए, रैन रैन दी गल, बई सिक्खी दा चानण, ये चानण दी गल आ गई। ਤੇ ਉਸ ਤੋਂ ਬਾਅਦ ਜਿਹੜੀਆਂ ਬਚੀਆਂ ਨੇ ਉਹ ਆਪਾਂ ਨੂੰ ਧਿਆਨ 'ਚ ਰੱਖਣੀਆਂ ਪੈਣਗੀਆਂ। ਗੂੰਗੇ ਗੀਤ, ਨਵੇਂ ਨਿਸ਼ਾਨੇ, ਵਚਨ ਵਿਲਾਸ ਆਨੇ। ਇਸ ਤੋਂ ਇਲਾਵਾ ਉਸਨੇ ਨੰਦ ਲਾਲ ਗੋਇਆ ਦੀਆਂ ਫਾਰਸੀ ਗਜ਼ਲਾਂ ਦਾ ਸੱਚੀ ਪ੍ਰੀਤ ਸਿਰਲੇਖ ਹੇਠ ਅਨੁਵਾਦ ਕੀਤਾ। ਬਈ ਸੱਚੀ ਪ੍ਰੀਤ ਸਿਰਲੇਖ ਹੇਠ ਨੰਦ ਲਾਲ ਗੋਇਆ ਹੈ ਜਿਹੜਾ, ਬਈ ਨੰਦ ਲਾਲ ਗੋਇਆ ਦੀ ਜਿਹੜੀਆਂ ਕਵਿਤਾਵਾਂ ਸੀਗੀਆਂ, ਉਹਦੀਆਂ ਗਜ਼ਲਾਂ ਸੀਗੀਆਂ, ਫਾਰਸੀ ਗਜ਼ਲਾਂ ਦਾ, ਨੰਦ ਲਾਲ ਗੋਇਆ ਦੀਆਂ ਫਾਰਸੀ ਗਜ਼ਲਾਂ ਦਾ ਸੱਚੀ ਪ੍ਰੀਤ ਦੇ ਸਰਲੇਖ ਅਧੀਨ ਅਨੁਵਾਦ ਕੀਤਾ। ਇਸ ਤਰ੍ਹਾਂ ਨਾਲ ਤੀਰ ਜੀ ਸਟੇਜੀ ਕਵਿਤਾ ਦੇ ਪ੍ਰਮੁੱਖ ਸ਼ਾਇਰ ਨੇ। ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਉਹਨਾਂ ਨੇ ਉਹਨਾਂ ਦੀ ਅਗਲੀ ਪੀੜ੍ਹੀ ਦਾ ਇੱਕ ਹੋਰ ਸ਼ਾਇਰ ਹੈ ਗੁਰਦੇਵ ਮਾਨ, ਉਹਨਾਂ ਬਾਰੇ ਲਿਖਦਾ ਹੈ। ਗੁਰਦੇਵ ਮਾਨ ਕੀ ਕਹਿੰਦਾ ਹੈ ਕਿ ਤੀਰ ਜੀ ਦੀ ਧਾਰਮਿਕ ਪੰਜਾਬੀ ਕਵੀ ਦਰਬਾਰਾਂ ਦੀ ਸਟੇਜ ਤੇ ਮਰਦੇ ਦਮ ਤੱਕ ਤਾਕ ਰਹੀ। ਬਈ ਤੀਰ ਦੀ ਸੀ ਨਾ, ਉਦਾਤਾ ਸਿੰਘ ਤੀਰ ਸਟੇਜਾਂ ਦੀ ਸਾਨ, ਕਵੀ ਦਰਬਾਰਾਂ ਤੇ ਸਟੇਜਾਂ ਦੀ ਸਾਨ ਰਿਹਾ ਬਈ ਮਰਦੇ ਦਮ ਤੱਕ। ਕੁਲਬੀਰ ਸਿੰਘ ਕਾਂਗ ਕੀ ਕਹਿੰਦਾ, ਕੁਲਬੀਰ ਸਿੰਘ ਕਾਂਗ ਕਹਿੰਦਾ ਕਿ ਜਿਹੜਾ ਵਿਧਾਤਾ ਸਿੰਘ ਤੀਰ ਹੈ ਉਹ ਮਹਾਕਵੀ ਹੈ, ਉਹ ਮਹਾਕਵੀ ਦਾ ਦਰਜਾ ਦਿੰਦਾ ਹੈ। ਉਹ ਲਿਖਦਾ ਹੈ ਕਿ ਉਸਦੀ ਆਵਾਜ਼, ਲਹਿਜਾ, ਖਿਆਲਦਾਰੀ, ਬੈਰ ਤੇ ਛੰਦ ਦੀ ਪਕਿਆਈ ਵਿੱਚ ਪ੍ਰਗਤੀਸ਼ੀਲਤਾ ਉਸ ਨੂੰ ਮਹਾਕਵੀ ਦਾ ਦਰਜਾ ਦਿਵਾਉਂਦੀ ਹੈ। ਭਾਈ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੰਦ ਲਾਲ ਨੂਰਪੁਰੀ ਦੀ। ਬਈ ਨੂਰਪੁਰੀਆ ਬੜਾ ਪ੍ਰਸਿੱਧ ਸੀ ਬਈ, ਇਹਦੇ ਗੀਤ ਬੜੇ ਪ੍ਰਸਿੱਧ ਸਨ, ਕਈ ਲੋਕਾਂ ਨੇ ਇਹਦੇ ਗੀਤ ਗਾਏ ਹੈ। ਬਈ ਨੂਰਪੁਰੀਏ ਦੇ ਨੂਰਪੁਰੀਆ, ਨੰਦ ਲਾਲ ਨੂਰਪੁਰੀਆ, ਜਨਮ ਨੂਰਪੁਰ, ਜ਼ਿਲ੍ਹਾ ਲਾਇਲਪੁਰ, ਨੂਰਪੁਰ ਦਾ ਰਹਿਣ ਵਾਲਾ ਸੀ। ਪਿੱਛੇ ਲਾ ਲਿਆ ਨੂਰਪੁਰੀਆ, ਨੰਦ ਲਾਲ ਨੂਰਪੁਰੀਆ। ਪਿਤਾ ਬਿਸ਼ਨ ਸਿੰਘ, ਮਾਤਾ ਹੁਕਮੀ ਦੇਵੀ। ਕੁਝ ਦੇਰ ਸਕੂਲ ਦੀ ਮਾਸਟਰੀ ਕੀਤੀ, ਫਿਰ ਥਾਣੇਦਾਰ ਲੱਗ ਗਿਆ। ਬਈ ਥਾਣੇਦਾਰੀ ਉਸ ਨੂੰ ਰਾਸ ਨਹੀਂ ਆਈ, ਕਿਉਂਕਿ ਉਹ ਤਾਂ ਇੱਕ ਕਵੀ ਸੀਗਾ। ਇੱਕ ਮੁਕਾਬਲੇ ਵਿੱਚ 3 ਵਿਅਕਤੀ ਮਾਰੇ ਗਏ। ਬਈ 3 ਬੰਦੇ ਜਦੋਂ ਮੁਕਾਬਲੇ ਵਿੱਚ ਨਾ ਮਾਰੇ ਗਏ, ਹੋਰ ਨੰਦ ਲਾਲ ਨੂਰਪੁਰੀ ਦੇ ਮੋਢੇ ਤੇ ਲੱਗ ਗਿਆ ਤਮਗਾ, ਉਹਨੂੰ ਸਨਮਾਨਿਤ ਕੀਤਾ ਗਿਆ। ਪਰ ਕਵੀ ਮਨ ਨੂੰ ਇਹ ਕੰਮ ਰਾਸ ਨਹੀਂ ਆਇਆ ਕਿ ਬੰਦੇ ਮਾਰ ਕੇ ਸਨਮਾਨਿਤ ਹੋਵਾਂ ਮੈਂ। ਉਸ ਨੇ ਨੌਕਰੀ ਛੱਡ ਦਿੱਤੀ। ਪਈ ਦੇਖੋ ਕਿੰਨੀ ਚੰਗੀ ਸੋਚ ਦਾ ਮਾਲਕ, ਕਿਉਂਕਿ ਉਹ ਸਮਾਂ ਹੈ ਜੈਸੇ ਦਾ ਸਮਾਂ ਕੀ ਬਣਦਾ ਹੈ 1906 ਤੋਂ ਲੈ ਕੇ 1966 ਬਣਦਾ ਹੈ। ਬਈ 6 ਤੋਂ ਲੈ ਕੇ 66 ਕਹਿਣ ਦਾ ਭਾਵ 9 ਦਾ ਉਲਟਾ ਆ ਲੋ 1906 ਤੋਂ 66, 1906 ਤੋਂ 66, 666। ਵੈਸੇ ਯਾਦ ਕਰਨ ਦੀ ਲੋੜ ਨਹੀਂ, ਪਰ ਵੈਸੇ ਹੀ ਧਿਆਨ ਰੱਖਣ ਲਈ 1906 ਤੋਂ 66। ਬਈ ਮੇਰਾ ਫਰਜ਼ ਹੈ ਸਭ ਕੁਝ ਕਰਵਾਉਣਾ। ਔਰ ਨਾਲੇ ਆ ਵੀ ਮੈਂ ਰਾਏ ਦੇਣਾ ਬੱਚਿਆਂ ਨੂੰ, ਜਿਸ ਕਵੀ ਦਾ ਨਾਮ ਸਿਲੇਬਸ ਦੇ ਅੰਦਰ ਹੈ ਉਸ ਦੇ ਵਿੱਚੋਂ ਜ਼ਰੂਰ ਪ੍ਰਸ਼ਨ ਆਵੇਗਾ, ਜ਼ਰੂਰ ਪ੍ਰਸ਼ਨ ਆਵੇਗਾ। ਉਹਨੂੰ ਚੰਗੀ ਤਰ੍ਹਾਂ ਗਹਿਰਾਈ ਨਾਲ ਆਪਾਂ ਨੂੰ ਯਾਦ ਹੋਣਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਜਿਹੜਾ ਨਾਮ ਨੀਗਾ ਉਸ ਬਾਰੇ ਵੀ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਭਾਵੇਂ ਥੋੜੇ ਪ੍ਰਸ਼ਨ ਆਣ ਪਰ ਆਣਗੇ ਜ਼ਰੂਰ। ਸਕੂਲ ਦਾ ਮਾਸਟਰ ਸੀ, ਥਾਣੇਦਾਰ ਲੱਗ ਗਿਆ, 3 ਬੰਦੇ ਮਾਰੇ ਗਏ, ਤਮਗੇ ਲੱਗ ਗਏ ਮੋਢੇ ਤੇ, ਉਹਨੂੰ ਇਹ ਗੱਲ ਪਸੰਦ ਨਹੀਂ ਆਈ, ਛੱਡਤੀ ਨੌਕਰੀ। ਔਰ ਕਵੀ ਦਰਬਾਰਾਂ ਦੀ ਉਹ ਸਾਨ ਬਣ ਗਿਆ। ਉਸ ਵਿੱਚ ਧਾਰਮਿਕ ਰੰਗਣ ਤੇ ਦੇਸ਼ ਭਗਤੀ ਵਾਲੀਆਂ ਕਵਿਤਾਵਾਂ ਪੜ੍ਹਦਾ ਸੀਗਾ, ਧਾਰਮਿਕ ਰੰਗਣ ਤੇ ਦੇਸ਼ ਭਗਤੀ ਵਾਲੀਆਂ। ਦੇਸ਼ ਭਗਤੀ ਵਾਲੀਆਂ ਉਹ ਕਵਿਤਾਵਾਂ ਪੜ੍ਹਿਆ ਕਰਦਾ ਸੀਗਾ, ਧਾਰਮਿਕ ਰੰਗਣ ਵਾਲੀਆਂ ਵੀ ਕਵਿਤਾਵਾਂ ਉਹ ਪੜ੍ਹਿਆ ਕਰਦਾ ਸੀ। ਭਾਈ ਇਸ ਦੇ ਨਾਲ ਹੀ ਉਹ ਫਿਲਮ ਕੰਪਨੀਆਂ ਲਈ ਗੀਤ ਲਿਖਣੇ ਚਾਲੂ ਕਰਤੇ। ਭਾਈ ਉਸਨੇ ਫਿਲਮ ਕੰਪਨੀਆਂ ਲਈ ਗੀਤ ਲਿਖਣੇ ਚਾਲੂ ਕਰਤੇ ਔਰ ਬੜੇ ਹੀ ਪਪੂਲਰ ਹੋਏ ਹੁੰਦੇ ਗੀਤ, ਬੜੇ ਪ੍ਰਸਿੱਧ ਨੇ। ਉਹਦੀਆਂ ਪੁਸਤਕਾਂ ਵਿੱਚੋਂ ਪਹਿਲੀ ਨੂਰ ਪਰੀਆਂ, ਨੂਰ ਪਰੀਆਂ, ਨੂਰਪੁਰੀਆ ਨਾਲ ਮਿਲਦਾ ਬਈ ਨੂਰ ਪਰੀਆਂ ਪੁਸਤਕ ਨੂਰਪੁਰੀ ਦੀ। ਉਸ ਤੋਂ ਮਗਰੋਂ ਵੰਗਾ,
ਵੰਗਾ, ਜਿਉਂਦਾ ਪੰਜਾਬ, ਨੂਰਪੁਰੀ ਦੇ ਗੀਤ, ਸੌਗਾਤ। ਜੇ ਆਪਾਂ ਦੇਖਿਆ ਜਾਵੇ ਤਾਂ ਆਪਾਂ ਨੂੰ ਨੂਰ ਪਰੀਆਂ, ਆ ਵੀ ਧਿਆਨ ਚ ਰਹਿ ਜਾਏਗਾ ਬਾਈ, ਨੂਰ ਪਰੀਆਂ। ਫਿਰ ਇੱਥੇ ਨੂਰਪੁਰੀਆ ਦੇ ਗੀਤ, ਇਹ ਤਾਂ ਨਾ ਹੀ ਆ ਗਿਆ। ਸੌਗਾਤ, ਜਿਉਂਦਾ ਪੰਜਾਬ ਤੇ ਵੰਗਾ ਭਈਆ, ਵੰਗਾ 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 ਬੜੀਆਂ ਗੀਤਾਂ ਚ, ਵੰਗਾ ਬੜੀਆਂ ਆਂਦੀਆਂ ਨੇ ਭਾਈ ਗੀਤਾਂ ਵਿੱਚ। और ਉਹਨੇ ਗੀਤ, ਗਜ਼ਲਾਂ, ਨਜ਼ਮਾਂ ਸਭ ਬਹੁਤ बेहतरीन लिखियां, परंतु उनकी जिहड़ी प्रसिद्धि है वो गीतां कारण हुई है। बड़ा ही नंद लाल नूरपुरिया किसी टाइम बड़ा ना बजिया करता सी भाई। जे तुसी गीत सुने होण, दाते दियां बेपरवाहियां तो ओए बेपरवाहा डरिया कर, बल्ले नी पंजाब दी ये शेर बच्ची है, आ सुनिया होवे भाई। चलो जरूर कोई ना कोई सुनिया होवेगा। मैं कई इहदे ਜਿਹੜੇ ਹੈਗੇ ਆ ਗੀਤ ਉਹਨਾਂ ਦੇ ਬੋਲ ਕਰਦਾ ਹੈ ਬਈ। ਗੋਰੀ ਦੀਆਂ ਝਾਂਜਰਾਂ ਬੁਲਾਈਆਂ ਗਈਆਂ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਅੱਗੇ ਚੰਨ ਵੇ ਕੀ ਸੋਕਣ ਮੇਲੇ ਦੀ, ਚੰਨ ਵੇ ਕੀ ਸੋਕਣ ਮੇਲੇ ਦੀ, ਬੜਾ ਹੀ ਪ੍ਰਸਿੱਧ ਆਪਣੇ ਸਮੇਂ ਰਿਹਾ ਬਈ। ਅਗਲਾ ਫਿਰ ਹੋਰ ਪ੍ਰਸਿੱਧ, ਨੀ ਮੈਨੂੰ ਦੌਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ, ਧਾਰਮਿਕ ਗੀਤ। ਫਿਰ ਅੱਗੇ, ਕਿੱਥੇ ਮਾਤਾ ਤੋਰਿਆ ਜੀਤ ਤੇ ਜੁਝਾਰ ਨੂੰ, ਕਿੱਥੇ ਮਾਤਾ ਤੋਰਿਆ ਜੀਤ ਤੇ ਜੁਝਾਰ ਨੂੰ, ਬੜੇ ਹੀ ਪ੍ਰਸਿੱਧ ਗੀਤ ਇਹਨੇ ਲਿਖੇ ਹੈ। ਇਹਦੇ ਗੀਤ ਗਾਏ ਨੇ ਹਰਚਰਨ ਗਰੇਵਾਲ ਨੇ, ਆਸਾ ਸਿੰਘ ਮਸਤਾਨਾ ਨੇ, ਪ੍ਰਕਾਸ਼ ਕੌਰ ਨੇ, ਸੁਰਿੰਦਰ ਕੌਰ ਨੇ ਭਾਈ। ਇਹਨਾਂ ਦੇ ਗੀਤਾਂ ਨੂੰ ਦਿੱਤੀ ਅਮਰਤਾ। ਨੂਰਪੁਰੀ ਦੇ ਗੀਤਾਂ ਵਿਚਲਾ ਨੌਜਵਾਨ ਸਰੀਰਕ, ਮਾਨਸਿਕ ਤੇ ਆਤਮਿਕ ਤੌਰ ਤੇ ਬਹੁਤ ਬਲਵਾਨ ਹੈ। ਉਸਦੇ ਅਮਰ ਗੀਤਾਂ ਨੂੰ ਗਾ ਕੇ ਹਰਚਰਨ ਗਰੇਵਾਲ, ਆਸਾ ਸਿੰਘ ਮਸਤਾਨਾ, ਪ੍ਰਕਾਸ਼ ਕੌਰ, ਸੁਰਿੰਦਰ ਕੌਰ ਆਦਿ ਨੇ ਆਪਣੀ ਅਮਰਤਾ ਨੂੰ ਯਕੀਨੀ ਬਣਾਇਆ ਭਾਈ। बड़े ही प्यारे प्यारे गीत उन्हें लिखे सी। और इसी कारण था 12वीं बोर्ड की किताब के अंदर जिस भी शख्स का नाम है, जिस भी लिखारी का नाम है, वो किते ना किते शख्सियत बनता है। और 9वीं तो 12वीं की किताब है, आपको चंगी तरह याद होनी चाहिए। इसी कारण उसी किताब दे समझो कि अपने नोट्स है जेड़े वो अपने नान दे नान ही चल रहे हैं। कवितावां बाद अलग तो करवावांगे। अगला आप नाम लीए दर्शन सिंह आवारा। दर्शन सिंह आवारा, दर्शन सिंह दलजीत 1906 तो 1982 पे। दर्शन सिंह आवारा, दर्शन सिंह दलजीत। दर्शन सिंह आवारा का जन्म गुजरावाला जिला जेलम अत्तर सिंह के घरे होया। उस समय के राजसी माहौल खास करके अकाली लहर तो प्रभावित सीगा। अकाली लहर चली सी बई, हुण तां अकालियां दा बुरा हाल हो गया सी। इस बार वो कट गल है, फूला सिंह, अकाली फूला सिंह और बहुत सारे बड़े बड़े अकाली लीडर से जिन्होंने शहादतां दित्तियां, जिन्होंने देश को आजाद कराने में योगदान दिता, जिन्होंने वड्डियां वड्डियां लहरां दे सिपे सलार बने। फिर जाके एक अकाली लहर चली पंजाब के अंदर और फिर प्रकाश सिंह बादल वर्गे आए और फिर उस तो बाद उन्होंने पुत्र उन्होंने अगे तो अगे कब्जे के कारण काम खराब हो गया। एक वड्डी लहर, एक वड्डी पहला लहर चली सी बई गदर लहर, अकाली लहर, फिर पार्टी बना ली क्योंकि वो लहर सी, पार्टी बनी हुई सी, जितना उन्होंने निश्चित सी पंजाब के अंदर प्रभाव सी उस समय की गल। और फिर वो अकाली लहर जिनका इतिहास दे विच बड़े सुनहरे अखरां च नाम लिखे है, उसका अज की हाल हो गया, इस समय समय की गल है। राजसी माहौल खास करके अकाली लहर तो प्रभावित सी। गुरु का बाग अते ननकाना साहब के साकियां तो प्रभावित। गुरु का बाग वाला मशहूर साका, ननकाना साहब का साका उसके मन नूं टुंब गया। पहला संग्रह बिजली दी कड़क, बिजली दी कड़क, बगावत। देखो नाम तो ही पता लग रहा प्रगतिवादी कवि बनेगा। आप नाम तो कवितावां दे नाम तो ही पछाण सकते हाँ। काव्य संग्रह, काव्य पुस्तकों के नाम तो भी आपको आइडिया हो जाता है भाई इसने किस किस धारा तो संबंधित लिखियां ने। देखो बिजली दी कड़क, बगावत, इंकलाब दी राह, हलचल, गुस्ताखियां, चोटां, बागिया, बागिया भाई।
ठीक है जी, ओके। ਤੇ ਇਸ ਦੀਆਂ ਇਹ ਪ੍ਰਸਿੱਧ ਰਚਨਾਵਾਂ ਸੀ ਬਾਈ। ਅੰਗਰੇਜ਼ ਸਾਮਰਾਜ ਖਿਲਾਫ ਤਿਬਰ ਗੁੱਸਾ ਸੀ। ਦੂਜਾ ਉਹ ਪੰਜਾਬ ਦਾ ਐਲਾਨੀਆ ਨਾਸਤਕ ਕਵੀ ਸੀਗਾ। ਇਹ ਕੀ ਸੀਗਾ? ਨਾਸਤਕ ਕਵੀ ਸੀਗਾ ਭਾਈ। ਚਲੋ ਅਗਲੇ ਕਵੀ ਦੀ ਗੱਲ ਕਰਦੇ ਹਾਂ ਬਾਈ। ਤੇਜਾ ਸਿੰਘ ਸਾਬਰ। ਤੇਜਾ ਸਿੰਘ ਸਾਬਰ, ਜਿਹੜਾ ਤੇਜਾ ਸਿੰਘ ਸਾਬਰ ਸੀ ਉਸ ਦਾ ਜਨਮ ਲਾਇਲਪੁਰ ਜ਼ਿਲ੍ਹੇ ਦੇ ਝੰਗ ਬ੍ਰਾਂਚ ਦੇ ਚੱਕ ਨੰਬਰ 20 ਦੇ ਵਿੱਚ ਹੋਇਆ। ਮੁੱਖ ਰੁਝਾਨ ਸਾਹਿਤ ਅਤੇ ਸਿਆਸਤ ਵੱਲ ਸੀ, ਸਿਆਸਤ ਨਾਲ ਵੀ ਜੁੜਿਆ ਰਿਹਾ। ਤੇਜਾ ਸਿੰਘ ਸਾਬਰ ਕਵੀ ਦਰਬਾਰਾਂ ਦੀ ਸ਼ਾਨ ਸੀ। ਉਸ ਦੇ ਲਿਖੇ ਗੀਤ ਦਿਲ ਨੂੰ ਧੂ ਪਾਉਣ ਵਾਲੇ ਨੇ। ਸਾਬਰ ਕਵੀ ਦਰਬਾਰਾਂ ਛਾਇਆ ਰਹਿੰਦਾ ਸੀ। ਉਹਨਾਂ ਦੀਆਂ ਕਿਤਾਬਾਂ ਪਰਛਾਵੇਂ, ਯਾਦਗਾਰ, ਮਨ ਮੰਦਰ, ਨਿਰੀ ਅੱਗ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਉਸ ਦਾ ਉਹਦੀਆਂ ਕਿਤਾਬਾਂ ਬਾਈ ਪਰਛਾਵੇਂ, ਯਾਦਗਾਰ, ਮਨ ਮੰਦਰ, ਨਿਰੀ ਅੱਗ, ਰਾਜ ਕਰੇਗਾ ਖਾਲਸਾ। ਉਸ ਦੀ ਕਾਵ ਅਦਾਇਗੀ ਬਾਰੇ ਸਮਕਾਲੀ ਜਿਹੜਾ ਕਵੀ ਹੈ ਗੁਰਦੇਵ ਸਿੰਘ ਮਾਨ ਲਿਖਦਾ ਹੈ ਕਿ ਸਾਬਰ ਦੀ ਕਵਿਤਾ ਦਾ ਬੋਲਣ ਢੰਗ ਬਹੁਤ ਹੀ ਨਿਰਾਲਾ ਸੀ, ਬਹੁਤ ਹੀ ਸ਼ਾਨਦਾਰ ਬੋਲਦਾ ਸੀ। ਸਾਬਰ ਆਈ ਅਤੇ ਚਿਰਾਗ ਦਿਨ ਦਾਮਨ ਵਾਂਗ ਕਿਲ ਕਿਲ ਕੇ ਜ਼ੋਰ ਲਗਾ ਕੇ ਬੋਲਣ ਦੀ ਥਾਂ ਬਈ ਜਿਹੜਾ ਸਾਬਰ ਸੀਗਾ ਉਹ ਚਿਰਾਗ ਦੀਨ ਦਾਮਨ ਵਾਲੀ ਤਰ੍ਹਾਂ ਕਿਲ ਕਿਲ ਕੇ ਜ਼ੋਰ ਲਾ ਲਾ ਕੇ ਬੋਲਣ ਵਾਲਾ ਕਵੀ ਨਹੀਂ ਸੀਗਾ। ਉਹ ਤਾਂ ਇੰਨਾ ਹੌਲੀ ਬੋਲਦਾ ਸੀ ਕਿ ਜਿਵੇਂ ਮਾਈਕ ਦੇ ਨਾਲ ਸਰਗੋਸੀਆਂ ਕਰ ਰਿਹਾ ਹੋਵੇ। ਬੜਾ ਹੀ ਧੀਰੇ ਬੋਲਣਾ, ਬੜਾ ਹੀ ਪਿਆਰ ਨਾਲ, ਐਵੇਂ ਲੱਗਦਾ ਸੀ ਜਿਵੇਂ ਮਾਈਕ ਦੇ ਨਾਲ ਸਰਗੋਸੀਆਂ ਕਰ ਰਿਹਾ ਹੋਵੇ। ਨਾ ਕਿ ਚਿਰਾਗ ਦਿਨ ਦਾਮਨ ਵਾਲੀ ਤਰ੍ਹਾਂ ਹੱਲਾ ਸ਼ੇਰ ਹਲ 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 ਹਲਾ ਕਰਨਾ ਬਈ। ਬੜਾ ਹੀ ਧੀਮਾ ਬੋਲ ਹੁੰਦਾ ਸੀਗਾ ਭਾਈ। ਉਹਦੀਆਂ ਆਮ ਕਵਿਤਾਵਾਂ ਨਾਟਕੀ ਅੰਦਾਜ਼ ਵਿੱਚ ਹੁੰਦੀਆਂ ਸੀ ਬਈ, ਅੰਦਾਜ਼ ਨਾਟਕੀ। ਉਸਨੇ ਦੇਸ਼ ਦੀ ਆਜ਼ਾਦੀ ਬਾਰੇ ਵੀ ਬਹੁਤ ਕਵਿਤਾਵਾਂ ਲਿਖੀਆਂ। ਉਸ ਦੀ ਕਵਿਤਾ ਵਿੱਚ ਅਕਸਰ ਤੀਬਰ ਵਿਅੰਗ ਹੁੰਦਾ ਸੀਗਾ, ਤੀਬਰ ਵਿਅੰਗ ਹੁੰਦਾ ਸੀ ਭਾਈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅਜਾਇਬ ਕਮਲ ਦੀ। ਅਜਾਇਬ ਕਮਲ ਪਿੰਡ ਪਿਤਾ ਜੰਗ ਸਿੰਘ, ਪਿੰਡ ਡਾਂਡੀਆ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਲੰਮਾ ਸਮਾਂ ਕੀਨੀਆ ਵਿੱਚ ਅਧਿਆਪਕ ਰਿਹਾ। ਪ੍ਰਯੋਗਸ਼ੀਲ ਲਹਿਰ ਦੇ ਬੋਡੀਆਂ ਦੇ ਵਿੱਚੋਂ ਪ੍ਰਯੋਗਸ਼ੀਲ ਜਸਬੀਰ ਸਿੰਘ ਆਹਲੂਵਾਲੀਆ, ਅਜਾਇਬ ਕਮਲ ਰਵਿੰਦਰ ਰਵੀ। ਯਾਦ ਰੱਖਣਾ ਕਿਹੜੇ ਪ੍ਰਯੋਗਸ਼ੀਲ ਹੈ ਕਿਹੜੇ ਕੀ ਹੈ। ਪ੍ਰਯੋਗਸ਼ੀਲ ਦੇ ਮੋਢੀਆਂ ਦੇ ਵਿੱਚੋਂ ਇੱਕ। ਉਹਨਾਂ ਦੀ ਕਾਵ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ ਬਈ। ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ। ਲੋ ਜੀ ਤਾਸ਼ ਦੇ ਪੱਤੇ ਆ ਗਏ, ਤਾਸ਼ ਰਾਣੀ ਭਈਆ ਖੇਡ ਚਾਲੂ ਹੋ ਗਈ। ਸ਼ਤਰੰਜ ਦੀ ਖੇਡ, ਮਨੁੱਖ ਦੇ ਫਿਰ ਖਲਾਸ ਹੋ ਜਾਂਦਾ ਮਨੁੱਖ ਬਈ ਤਾਸ਼ ਤੂਸ ਖੇਡ ਕੇ ਸਭ ਵਿਕ ਜਾਂਦਾ ਹੈ ਡੰਗਾ। ਵਰਤਮਾਨ ਫਿਰ ਯਾਦ ਆਂਦਾ ਤੁਰਿਆ ਹੈ 7100 ਅੱਖਾਂ ਵਾਲਾ ਮਹਾਭਾਰਤ। ਕਮਾਲ ਹੋ ਗਈ, 7100 ਅੱਖਾਂ ਵਾਲਾ ਮਹਾਭਾਰਤ ਭਾਈ ਉਸਨੇ ਲਿਖਿਆ। ਮੈਂ ਜੋ ਪੈਗੰਬਰ ਨਹੀਂ, ਅਫਰੀਕਾ ਚ ਨੇਤਰਹੀਣ, ਅਫਰੀਕਾ ਚ ਨੇਤਰਹੀਣ, ਸ਼ਬਦ ਨੰਗੇ ਹਨ। ਨੇਤਰਹੀਣ ਦੀ ਗੱਲ ਕਰਤੀ, ਅੱਗੇ ਨੰਗਿਆਂ ਦੀ ਗੱਲ ਕਰਤੀ, ਨੰਗੇ ਹਨ। ਲਿਖਤਮ ਕਾਲਾ ਘੋੜਾ, ਧਰਤੀਨਾਮਾ ਸਰਾਪੇ, ਧਰਤੀਨਾਮਾ ਸਰਾਪੇ, ਸਮਿਆਂ ਦੇ ਪੈਗੰਬਰ। ਉਹਦੀਆਂ ਕਵਿਤਾਵਾਂ ਜਿਹੜੇ ਕਾਵ ਸੰਗ੍ਰਹਿ ਸੀ ਉਹਨਾਂ ਬਾਰੇ ਦੁਬਾਰਾ ਜ਼ਿਕਰ ਕਰਦੇ ਆ। ਕਾਵ ਸੰਗ੍ਰਹਿ ਬਾਰੇ ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮਨੁੱਖ ਦੇ ਖਲਾ, ਵਰਤਮਾਨ ਤੁਰਿਆ ਹੈ 7100 ਅੱਖਾਂ ਵਾਲਾ ਮਹਾਭਾਰਤ, ਮੈਂ ਜੋ ਪੈਗੰਬਰ ਨਹੀਂ, ਅਫਰੀਕਾ ਵਿੱਚ ਨੇਤਰਹੀਣ, ਸ਼ਬਦ ਨੰਗੇ ਹਨ, ਲਿਖਤਮ ਕਾਲਾ ਘੋੜਾ, ਧਰਤੀਨਾਮਾ ਸਰਾਪੇ, ਸਮਿਆਂ ਦੇ ਪੈਗੰਬਰ, ਸੂਰਜਨਾਮਾ। ਉਸ ਦਾ ਪ੍ਰਯੋਗਸ਼ੀਲ ਕਵਿਤਾ ਵਿੱਚ ਯੋਗਦਾਨ ਸਿਰਫ ਗਿਣਾਤਮਕ ਪੱਖੋਂ ਹੀ ਨਹੀਂ ਸਗੋਂ ਗੁਣਾਤਮਕ ਪੱਖੋਂ ਵੀ ਹੈ। ਦੂਸਰੇ ਪ੍ਰਯੋਗਸ਼ੀਲ ਕਵੀਆਂ ਵਾਂਗ ਆਦਰਸ਼ਹੀਣਤਾ ਕਮਲ ਦੀ ਮੁੱਢਲੀ ਕਵਿਤਾ ਵਿੱਚ ਵੀ ਵਿਦਵਾਨ ਹੈ। ਆਦਰਸ਼ਹੀਣਤਾ ਪ੍ਰਯੋਗਸ਼ੀਲ ਸੀਗੇ ਬਈ। ਉਹ ਸਿਰਫ ਖੁਦ ਆਦਰਸ਼ਹੀਣ ਕਵਿਤਾ ਹੀ ਨਹੀਂ ਲਿਖਦਾ ਸਗੋਂ ਆਦਰਸ਼ਮੁਖ ਕਵਿਤਾ ਲਿਖਣ ਵਾਲਿਆਂ ਦੇ ਖਿਲਾਫ ਲਿਖਣਾ ਆਪਣਾ ਧਰਮ ਸਮਝਦਾ ਸੀ ਬਈ। ਆਦਰਸ਼ਹੀਣਤਾ, ਅਜਾਇਬ ਕਮਲ। ਆਦਰਸ਼ਹੀਣਤਾ ਪ੍ਰਯੋਗਸ਼ਾਲੀ ਕਵੀਆਂ ਦੇ ਮੋਢੀਆਂ ਦੇ ਵਿੱਚੋਂ ਬਈ ਅਜਾਇਬ ਕਮਲ,
प्रयोगशील कवियां दे मोडियां चो। और आदर्शहीनता, आदर्शहीनता क्योंकि प्रयोगशील ने आदर्शहीनता ਨੂੰ ਭੰਡਿਆ ਸੀਗਾ ਤੇ ਇੱਕ ਪ੍ਰਯੋਗਸ਼ਾਲੀ ਕਵੀ ਸੀ ਤਾਂ ਇਸ ਨੇ ਵੀ ਆਦਰਸ਼ਹੀਨਤਾ ਨੂੰ ਭੰਡਣਾ ਹੀ ਸੀ ਪਈ। ਉਹ ਆਪਣਾ ਧਰਮ ਸਮਝਦਾ ਸੀਗਾ। ਹੁਣ ਉਸ ਤੋਂ ਬਾਅਦ ਅਜਾਇਬ ਗਿਣਾਤਮਕ ਪੱਖੋਂ ਬਹੁਤ ਲਿਖਿਆ ਪਰ ਗੁਣਾ ਪੱਖੋਂ ਉਹੀ ਕਵਿਤਾਵਾਂ ਮੁੱਲਵਾਨ ਹਨ ਜੋ ਸਵੈ ਕੇਂਦਰਿਤ ਹੋਣ ਦੀ ਥਾਂ ਵਿਰਾਸਤਾ ਭਟਕਣਾ ਹਉਮੈ ਨੂੰ ਨਵੇਂ ਅਰਥ ਦਿੰਦੀਆਂ ਨੇ। ਉਸ ਦੀਆਂ ਪਿਛਲੇਰੇ ਦੌਰ ਦੀਆਂ ਕਵਿਤਾਵਾਂ ਵਿੱਚ ਸਮਾਜਿਕ ਸਰੋਕਾਰ ਅਗਰ ਭੂਮੀ 'ਚ ਹੋ ਜਾਂਦਾ ਹੈ ਉਹ ਨਵੇਂ ਕਾਵ ਪ੍ਰਯੋਗ ਹੈ ਜੋ ਕਰਨ ਲੱਗ ਪੈਂਦਾ ਹੈ। ਇਹ ਸੀਗਾ ਅਜਾਇਬ ਕਮਲ। ਹੁਣ ਆਪਾਂ ਕੁਝ ਹੋਰ ਜਿਹੜੇ ਕਵੀ ਨੇ ਉਹਨਾਂ ਬਾਰੇ ਚਾਨਣਾ ਪਾ ਲੈਨੇ ਹਾਂ ਭਾਈ। ਤਰਲੋਚਨ ਲੋਚੀ। ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਲੋਕੀ ਕਹਿਣ ਬਲਾਵਾਂ ਹੁੰਦੀਆਂ। ਇਸ ਤਰੀਕੇ ਦੀ ਤਰੁਨਮ ਦੇ ਵਿੱਚ ਗਾਉਂਦਾ ਹੈ ਬਈ, ਬਹੁਤ ਹੀ ਪਿਆਰਾ। ਔਰ ਮੈਂ ਸ਼ੇਅਰ ਵੀ ਕਰ ਦੂੰਗਾ ਤਰਲੋਚਨ ਲੋਚੀ ਨੂੰ ਪਈ, ਉਹਨੂੰ ਵੇਖ ਲਿਓ, ਉਹਦਾ ਇੱਕ ਜਿਹੜਾ ਕਵਿਤਾ ਹੈ ਉਸ ਨੂੰ ਵੇਖ ਲਿਓ। ਤਰਲੋਚਨ ਲੋਚੀ 1965 ਹਜੇ ਤੱਕ ਜਿੰਦਾ ਹੈ ਬਈ। ਤਰਲੋਚਨ ਲੋਚੀ 12ਵੀਂ बोर्ड की जी किताब है उसके अंदर कुड़ियां तो कवितावां होंदियां ते कुछ होर कवितावां जड़ियां है तरलोचन लोची दियां नहीं। पंजाबी का गजलकार अते कवि, पंजाब का हरमन प्यारा शायर तरलोचन लोची मुक्तसर च जमिया। 1980 तो बाद लुधियाने चला गया। उत्थे उहदा वाह सुरजीत पात्र, गुरभजन गिल, रविंदर पट्ठल नाल पै गया। देखो नाम ही तकड़िया, सुरजीत पात्र, गुरभजन गिल, रविंदर पट्ठल वर्गे कवियां नाल पै गया और बन गया ये भी एक कवि और नाले गजल लिखण लग गया। तरुन्नम दे विच गाउंदा है भाई, तरुन्नम दे विच गाउंदा है। इहदे काव्य संग्रह ने दिल दरवाजे ते गुलकंद। काव्य संग्रह दिल दरवाजे ते गुलकंद है वो इसदे काव्य संग्रह ने त्रिलोचन लोची दे भाई। हुण आपां गल करिए गुरभजन गिल दी भाई। गुरभजन गिल पंजाबी काव्य जगत विच विशेष ना है। उसने अपनियां काव्य रचनावां जरिए जिथे आपसी सांझ भाईचारे नूं उत्साहित करने की कोशिश की और हर कवि करता है, इवें नहीं किया। उत्थे समाजिक अलामतां उत्ते भी काव्य निशाना विन्निया। समाजिक चेतना जरूरी है। गुरभजन गिल का जन्म है 1953 माता तेज कौर हरनाम सिंह के घरे पिंड बसंतकोट गुरदासपुर विच होया। इनदियां काव्य पुस्तकां शीशा बोलदा है, हर धुख दा पिंड मेरा है, बोल मिट्टी दे पाविया, अगन कथा, खैर पंजा पानियां दी, धरती नाद, फुल्लां दी झांजर, पारदर्शी, मोर पंख, तंदूर उस दियां प्रमुख काव्य रचनावां ने। उन्हें कविता लिखी आ, गजल लिखी, गीत लिखे, कई काव्य रूपां उत्ते सफलता नाल ओ रहा काबज बई। उस दियां कवितावां पई गुरभजन गिल। गुरभजन गिल उन्दियां कवितावां दे उपर इधर सामने रहना पऊगा, हनेरा हो जाता है। हाँ, शीशा बोलदा है। लो जी, शीशा बोलदा है, हर धुख दा पिंड मेरा है, हर धुख दा पिंड मेरा है, बोल मिट्टी दिया बाविया। ये तो बड़ा पॉपुलर डायलॉग है भाई, बोल मिट्टी दिया बाविया, फुल्लां दी झांजर, धरती नाद, धरती नाद, फुल्लां दी झांजर, खैर पंजा पानियां दी, अगन कथा,
अगन कथा, खैर पंजा पानियां दी, पारदर्शी, मोर पंख तंदूर, पारदर्शी, मोर पंख तंदूर बई तंदूर। ये इंदियां मुख काव्य रचनावां सी। गुरभजन गिल इंदियां काव्य पुस्तकां सीसा बोलदा है, हर तुख दा पिंड मेरा है, बोल मिट्टी दिया बाविया, बोल मिट्टी दिया बाविया, अगन कथा, खैर पंजा पानियां दी, धरती नाद, फुल्लां दी झांजर, पारदर्शी, मोर पंख तंदूर उस दियां प्रमुख काव्य रचनावां ने। उन्हें गीत गजल कविता भी लिखियां ने पई। यह सीगा गुरभजन गिल। हाँ जी, किसी प्रकार की कोई समस्या होवे तो दसो, विचार साझे करो।